ਪ੍ਰਾਕਥਨ। ਇਸ ਸ਼ਬਦ ਵਿੱਚ ਨਿਰੇ ਕਰਮਾਂ ਨਾਲ ਕਲਿਆਣ ਨਹੀਂ, ਪਰ ਪ੍ਰੇਮ ਤੇ ਬ੍ਰਹਮ ਵਿਚਾਰ ਨਾਲ ਕਲਿਆਣ ਲੱਜਦੀ ਦੱਸੀ ਹੈ। ਜਾਪਦਾ ਹੈ ਕਿ ਕਿਸੇ ਜਗਿਆਸੂ ਨੂੰ ਗੁਰੂ ਜੀ ਨੇ ਉਸ ਰਾਹੋਂ ਘੁੱਥੇ ਹੋਏ ਨੂੰ ਡਿੱਠਾ ਹੈ ਜਿਸ ਪਰਥਾਏ ਪਿਛਲਾ ਸ਼ਬਦ ਉਚਾਰ ਹੋਇਆ ਹੈ। ਉਸ ਨੇ ਪ੍ਰਸ਼ਨ ਕੀਤਾ ਹੈ ਕਿ ਆਪ ਸ਼ਬਦ ਦੁਆਰਾ ਸਾਈਂ ਦਾ ਮੇਲ ਦੱਸਦੇ ਹੋ, ਪਰੰਤੂ ਜੇ ਕੋਈ ਝੂਠਿਆਂ ਦੇ ਝੂਠੇ ਦਿਖਾਵੇ ਦੇ ਕਥਨ ਆਦਿ ਛੱਡ ਕੇ ਸੱਚਮੁੱਚ ਕਰਮ ਮਾਰਗ ਅਰਥਾਤ ਜਪ ਤਪ ਸੰਜਮ ਤੀਰਥਵਾਸ ਪੁੰਨ ਦਾਨ ਆਦਿ ਕਰੇ ਤਾਂ ਮਿਲਾਵੜਾ ਹੁੰਦਾ ਹੈ ਕਿ ਨਹੀਂ। ਉਸ ਪ੍ਰਥਾਏ ਇਹ ਸ਼ਬਦ ਉਚਾਰ ਹੋਇਆ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਜਪ ਤਪ ਸੰਜਮ ਸਾਧੀਐ ਤੀਰਥ ਕੀਚੈ ਵਾਸ। ਜਪ ਤਪ ਇੰਦਰੇ ਦਮਨ ਸਾਧ ਲਈਏ, ਫੇਰ ਘਰ-ਬਾਰ ਛੱਡ ਕੇ ਤੀਰਥਾਂ ਉੱਤੇ ਵਾਸਾ ਕਰ ਲਈਏ। ਪੁੰਨ ਦਾਨ ਚੰਗਿਆਈਆ ਬਿਨ ਸਾਚੇ ਕਿਆ ਤਾਸ। ਉਥੇ ਬੈਠ ਕੇ ਪੁੰਨ ਦਾਨ ਆਦਿ ਹੋਰ ਨੇਕੀਆਂ ਕਰੀਏ। ਸੱਚੇ ਪਰਮੇਸ਼ਰ ਨੂੰ ਪ੍ਰਾਪਤ ਹੋਏ ਬਿਨਾ ਉਹਨਾਂ ਜਾਪ ਤਪ ਆਦਿ ਦਾ ਕੀ ਲਾਭ ਹੈ। ਜੇਹਾ ਰਾਧੇ ਤੇਹਾ ਲੁਣੈ ਬਿਨ ਗੁਣ ਜਨਮ ਵਿਨਾਸ਼। ਜਿਹੋ ਜਿਹਾ ਕੁਛ ਕੋਈ ਬੀਜੇਗਾ ਉਹੋ ਜਿਹਾ ਫਲ ਵੱਢੇਗਾ। ਭਗਤੀ ਦੇ ਗੁਣ ਧਾਰਨ ਕੀਤੇ ਬਿਨਾ ਜਨਮ ਹੀ ਨਾਸ਼ ਹੋ ਜਾਂਦਾ ਹੈ। ਭਾਵ ਕਰਮ ਜੈਸੇ ਕਰੇ ਵੈਸਾ ਫਲ ਮਿਲੇਗਾ। ਜਨਮ ਦੀ ਸਫਲਤਾ ਅਰਥਾਤ ਮੁਕਤੀ ਦੀ ਪ੍ਰਾਪਤੀ ਭਗਤੀ ਦੇ ਗੁਣ ਧਾਰਨ ਕੀਤੇ ਬਿਨਾ ਨਹੀਂ ਹੁੰਦੀ। ਮੁੰਦੇ ਗੁਣ ਦਾਸੀ ਸੁਖ ਹੋਏ, ਅਵਗੁਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ। ਰਹਾਉ। ਹੇ ਇਸਤਰੀ ਰੂਪ ਜਗਿਆਸੂ, ਭਗਤੀ ਦੇ ਗੁਣਾਂ ਵਾਲੀ ਦਾਸੀ ਭਾਵ ਵਾਲੀ ਇਸਤਰੀ ਵਾਂਗੂ ਹੋਇਆਂ ਹੀ ਆਤਮ ਸੁਖ ਹੋਵੇਗਾ। ਭਗਤੀ ਭਾਵ ਦੇ ਵਿਰੋਧੀ ਅਵਗੁਣਾਂ ਦਾ ਤਿਆਗ ਕਰਕੇ ਗੁਰੂ ਦੀ ਮੱਤ ਨਾਲ ਉਸ ਵਿੱਚ ਜੋ ਪੂਰਾ ਹੈ ਭਾਵ ਵਾਹਿਗੁਰੂ ਵਿੱਚ ਸਮਾ ਜਾਈਏ। ਰਹਾਉ। ਵਿਨ ਰਾਸੀ ਵਾਪਾਰੀਆ ਤੱਕੇ ਕੁੰਡਾਂ ਚਾਰ। ਗੁਣ ਦਾਸੀ ਇਸਤਰੀ ਦਾ ਦ੍ਰਿਸ਼ਟਾਂਤ ਵਰਤ ਕੇ ਵਪਾਰੀ ਦਾ ਹੁਣ ਹੋਰ ਦ੍ਰਿਸ਼ਟਾਂਤ ਲੈ ਕੇ ਰਾਹ ਦੱਸਦੇ ਹਨ। ਜਿਵੇਂ ਰਾਸ ਵਿਹੂਣਾ ਵਪਾਰੀ ਚੁਫੇਰੇ ਝਾਕਦਾ ਹੈ ਕਿ ਕਿੱਧਰੋਂ ਕੁਛ ਧਨ ਲੱਭ ਪਵੇ, ਤਿਵੇਂ ਜਪ ਤਪ ਵਾਲਾ ਜਗਿਆਸੂ ਸਾਈਂ ਵਿੱਚ ਸ਼ਰਧਾ ਰੂਪੀ ਰਾਸ ਬਿਨਾ ਇੱਧਰ ਉੱਧਰ ਪਿਆ ਭਟਕਦਾ ਹੈ। ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰ ਬਾਰ। ਉਹ ਆਪਣੇ ਅਸਲੇ ਨੂੰ ਨਹੀਂ ਬੁੱਝਦਾ, ਭਾਵ ਕਿ ਉਹ ਆਪਣੇ ਮੂਲ ਵਾਹਿਗੁਰੂ ਨੂੰ ਨਹੀਂ ਲਖਦਾ, ਜੋ ਤਤ ਵਸਤੂ ਕਿ ਉਸ ਦੇ ਆਪਣੇ ਦਿਲ ਵਿੱਚ ਹੀ ਰੱਖੀ ਹੋਈ ਸੀ। ਵਿਣ ਵਖਰ ਦੁਖ ਅਗਲਾ ਕੂੜ ਮੁੱਠੀ ਕੂੜਿਆਰ। ਉਹ ਕੂੜ ਵਿੱਚ ਮੁੱਠਾ ਕੂੜਿਆਰ ਹੋ ਚੁੱਕਾ ਜੀਵ ਨੂੰ ਸੌਦੇ ਤੋਂ ਬਿਨਾਂ ਹੋਣ ਕਰਕੇ ਬਹੁਤ ਦੁੱਖ ਪਾਉਂਦਾ ਹੈ। ਲਾਹਾ ਇਹ ਨਿਸ ਨੌਤਨਾ ਪਰਖੇ ਰਤਨ ਵਿਚਾਰ। ਪਰ ਜੇਕਰ ਉਹ ਵਿਚਾਰ ਦੁਆਰਾ ਉਸ ਰਤਨ ਭਾਵ ਅਮੋਲਕ ਵਸਤੂ ਨੂੰ ਪਰਖ ਲਵੇ ਤਾਂ ਉਸ ਨੂੰ ਦਿਨੇ ਰਾਤ ਨਵੇਂ ਤੋਂ ਨਵਾਂ ਨਫਾ ਹੁੰਦਾ ਹੈ। ਉਹ ਲਾਹਾ ਕੀ ਹੈ? ਵਸਤ ਲਹੈ ਘਰ ਆਪਣੈ ਚੱਲੇ ਕਾਰਜ ਸਾਰ। ਆਪਣੇ ਘਰ ਭਾਵ ਹਿਰਦੇ ਵਿੱਚੋਂ ਹੀ ਆਤਮ ਵਸਤੂ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਸੋ ਜਿਸ ਕੰਮ ਨੂੰ ਕਰਨ ਆਇਆ ਸੀ ਉਸ ਨੂੰ ਸਵਾਰ ਕੇ ਇੱਥੋਂ ਜਾਂਦਾ ਹੈ। ਇਸ ਲਈ ਹੈ ਸੱਜਣ, ਵਣਜਾਰਿਆ ਸਿਓ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ। ਇਹਨਾਂ ਵਣਜਾਰਿਆਂ ਨਾਲ ਵਣਜ ਕਰ। ਉਹ ਵਣਜ ਕੀ ਹੈ? ਗੁਰਮੁਖਾਂ ਨਾਲ ਵਿਚਾਰ ਕਰਕੇ ਬ੍ਰਹਮ ਨੂੰ ਪ੍ਰਾਪਤ ਕਰਨਾ।
ਸੰਤਾਂ ਸੰਗਤ ਪਾਈਐ, ਜੇ ਮੇਲੇ ਮੇਲਣ ਹਾਰ। ਜੇ ਮੇਲਣ ਵਾਲਾ ਵਾਹਿਗੁਰੂ ਮੇਲ ਦੇਵੇ ਤਾਂ ਸੰਤਾਂ ਦੀ ਸੰਗਤ ਦੁਆਰਾ ਪਾਈਦੀ ਹੈ। ਮਿਲਿਆ ਹੋਏ ਨਾ ਵਿਛੜੈ, ਜਿਸ ਅੰਤਰ ਜੋਤ ਅਪਾਰ। ਇਹ ਵਿਚਾਰ ਇਸ ਵਿਚਾਰ ਦੁਆਰਾ ਜਿਸ ਦੇ ਅੰਦਰ ਅਪਾਰ ਪ੍ਰਭੂ ਦੀ ਜੋਤੀ ਜਗ ਜਾਂਦੀ ਹੈ, ਉਹ ਉਸ ਨੂੰ ਜੋਤੀ ਨੂੰ ਮਿਲਿਆ ਹੋਇਆ ਫੇਰ ਕਦੇ ਨਹੀਂ ਵਿਛੜਦਾ। ਸੱਚੈ ਆਸਣ ਸੱਚ ਰਹੈ, ਸੱਚੈ ਪ੍ਰੇਮ ਪਿਆਰ। ਉਹ ਜੋਤੀ ਸਰੂਪ ਦੇ ਮਿਲਾਪ ਦਾ ਟਿਕਾਣਾ ਸੱਚਾ ਆਸਣ ਭਾਵ ਟਿਕਾਣਾ ਹੈ। ਸੋ ਉਹ ਸੱਚੇ ਪ੍ਰੇਮ ਪਿਆਰ ਕਰਕੇ ਸੱਚੇ ਆਸਣ ਉੱਤੇ ਸਤ ਸਰੂਪ ਵਿੱਚ ਸਮਾਇਆ ਰਹਿੰਦਾ ਹੈ। ਜਿਨੀ ਆਪ ਪਛਾਣਿਆ, ਘਰ ਮਹਿ ਮੈਲ ਸੁਥਾਇ। ਸੋ ਭਾਈ, ਜਿਨ੍ਹਾਂ ਨੇ ਪਹਿਲਾਂ ਆਪਣਾ ਆਪ ਪਛਾਣ ਲਿਆ ਹੈ, ਉਹਨਾਂ ਨੇ ਸਰੀਰ ਵਿੱਚ ਹੀ ਮਹਿਲ ਸੁਥਾਏ ਭਾਵ ਵਾਹਿਗੁਰੂ ਦਾ ਸ਼ੁਭ ਟਿਕਾਣਾ ਲੱਭ ਲਿਆ ਹੈ। ਸੱਚੇ ਸੇਤੀ ਰਤਿਆ, ਸੱਚੋ ਪੱਲੇ ਪਾਏ। ਸੱਚੇ ਨਾਲ ਰਤਿਆਂ ਸੱਚ ਹੀ ਪੱਲੇ ਪੈਂਦਾ ਹੈ। ਸੋ ਹੁਣ ਉਹਨਾਂ ਨੂੰ ਅੰਤਰੀਵ ਲਖਤਾ ਹੋ ਜਾਣ ਕਰਕੇ ਤੇਰੇ ਭਵਨ ਸੋ ਪ੍ਰਭ ਜਾਣੀਐ, ਸਾਚੋ ਸਾਚੈ ਨਾਏ। ਤਿੰਨਾਂ ਲੋਕਾਂ ਵਿੱਚ ਵੀ ਉਹ ਪ੍ਰਭੂ ਪਿਆ ਪ੍ਰਤੀਤ ਦਿੰਦਾ ਹੈ। ਇਹ ਸਤ ਦੀ ਲਖਤਾ ਰੂਪ ਪ੍ਰਾਪਤੀ ਸੱਚੇ ਨਾਮ ਵਿੱਚ ਲੱਗੇ ਰਹਿਣ ਕਰਕੇ ਹੋਈ ਹੈ। ਹੁਣ ਫੇਰ ਇਸਤਰੀ ਦਾ ਰੂਪਕ ਲੈ ਕੇ ਖਰੇ ਜਗਿਆਸੂ ਦਾ ਵਰਣਨ ਕਰਦੇ ਹਨ। ਸਾ ਧਨ ਖਰੀ ਸੁਹਾਵਣੀ, ਜਿਨ ਪਿਰ ਜਾਤਾ ਸੰਗ। ਉਹ ਜਗਿਆਸੂ ਰੂਪ ਇਸਤਰੀ ਖਰੀ ਸ਼ੋਭਾ ਵਾਲੀ ਹੈ, ਜਿਸ ਨੇ ਆਪਣੇ ਪਤੀ ਪਰਮੇਸ਼ਰ ਨੂੰ ਸਦਾ ਅੰਗ ਸੰਗ ਜਾਤਾ ਹੈ। ਮਹਿਲੀ ਮਹਿਲ ਬੁਲਾਈਐ, ਸੋ ਪਿਰ ਰਾਵੇ ਸੰਗ। ਉਸ ਇਸਤਰੀ ਰੂਪ ਜਗਿਆਸੂ ਨੂੰ ਮਹਿਲ ਸਰੂਪ ਵਿੱਚ ਬੁਲਾ ਲਿਆ ਜਾਂਦਾ ਹੈ। ਉਹ ਪਤੀ ਪਰਮੇਸ਼ਰ ਨੂੰ ਪ੍ਰੇਮ ਨਾਲ ਮਾਣਦੀ ਹੈ। ਉਹ ਹੈ ਸੱਚੀ ਸੁਹਾਗਣ। ਸੱਚ ਸੁਹਾਗਣ ਸਾ ਭਲੀ, ਪਿਰ ਮੋਹੀ ਗੁਣ ਸੰਗ। ਉਹ ਸੱਚੀ ਸੁਹਾਗਣ ਭਾਵ ਗੁਰਮੁਖ, ਉਹ ਸਭ ਤਰ੍ਹਾਂ ਹੈ ਚੰਗੀ। ਉਸ ਨੂੰ ਆਪਣੇ ਪ੍ਰੇਮ ਵਿੱਚ ਮੋਹ ਲਿਆ ਹੈ ਪਤੀ ਪਰਮੇਸ਼ਰ ਨੇ ਆਪਣੇ ਅਪਾਰ ਪ੍ਰੇਮ ਆਦਿ ਗੁਣਾਂ ਨਾਲ। ਇਉਂ ਵੀ ਕਰਦੇ ਹਨ, ਜਿਸ ਨੇ ਪਤੀ ਨੂੰ ਮੋਹ ਲਿਆ ਹੈ ਆਪਣੇ ਗੁਣਾਂ ਨਾਲ। ਪਿਰ ਨੂੰ ਸਿਹਾਰੀ ਹੋਣ ਕਰਕੇ ਇਸ ਦਾ ਅਰਥ ਹੈ ਪਿਰ ਨੇ। ਭੂਲੀ ਭੂਲੀ ਥਲ ਚੜਾ, ਥਲ ਚੜ ਡੂਗਰ ਜਾਉ। ਜੇ ਮੈਂ ਜਾਣ ਬੁੱਝ ਕੇ ਨਾ ਪਰ ਭੁਲੇਵੇਂ ਭੁੱਲੀ ਹੋਈ ਵੀ ਟਿੱਬਿਆਂ ਤੇ ਜਾ ਚੜਾਂ ਤੇ ਟਿੱਬਿਆਂ ਤੋਂ ਵੀ ਉੱਚੇ ਪਹਾੜਾਂ ਉੱਤੇ ਚਲੀ ਜਾਵਾਂ। ਬਨ ਮਹਿ ਭੂਲੀ ਜੇ ਫੇਰਾ, ਬਿਨ ਗੁਰ ਬੂਝ ਨਾ ਪਾਉ। ਜਾਂ ਮੈਂ ਭੁੱਲੀ ਹੋਈ ਜੰਗਲ ਵਿੱਚ ਜਾ ਫਿਰਾਂ, ਤਦ ਵੀ ਗੁਰੂ ਤੋਂ ਬਿਨਾਂ ਸੋਝੀ ਨਹੀਂ ਪਾ ਸਕਾਂਗੀ। ਨਾਵਹੁ ਭੂਲੀ ਜੇ ਫੇਰਾ, ਫਿਰ ਫਿਰ ਆਵੋ ਜਾਉ। ਕਿਉਂਕਿ ਸੋਝੀ ਨਾਮ ਨਾਲ ਪੈਣੀ ਹੈ ਤੇ ਨਾਮ ਗੁਰੂ ਨੇ ਦੱਸਣਾ ਹੈ। ਸੋ ਗੁਰੂ ਨੂੰ ਨਾਮ ਮਿਲਣ ਕਰਕੇ ਮੈਂ ਨਾਮ ਤੋਂ ਭੁੱਲੀ ਹੋਈ ਜੇ ਪਈ ਫਿਰਾਂ, ਤਾਂ ਮੈਂ ਮੁੜ ਮੁੜ ਕੇ ਜੰਮਦੀ ਮਰਦੀ ਰਹਾਂਗੀ। ਮੁਰਾਦ ਇਹ ਹੈ ਕਿ ਜੇ ਕੋਈ ਭੁਲੇਵੇ ਵਿੱਚ ਆ ਕੇ ਵੀ ਟਿੱਬਿਆਂ ਪਹਾੜਾਂ ਬਣਾ ਵਿੱਚ ਜਾ ਬੈਠੇ ਤੇ ਗੁਰੂ ਤੋਂ ਨਾਮ ਪ੍ਰਾਪਤ ਕੀਤੇ ਬਿਨਾਂ ਰਹੇ ਤੇ ਨਾਮ ਤੋਂ ਭੁੱਲ ਵਿੱਚ ਰਹੇ, ਤਾਂ ਵੀ ਜਨਮ ਮਰਨ ਨਹੀਂ ਕਟੀਵੇਗਾ। ਇਸ ਲਈ ਚਾਹੀਦਾ ਹੈ ਕਿ ਹੇ ਭਾਈ ਜਨੋ, ਤੁਸੀਂ ਉਹਨਾਂ ਦੇ ਰਸਤੇ ਤੇ ਤੁਰਨ ਵਾਲੇ ਰਾਹੀਆਂ ਪਾਸੋਂ ਜੋ ਪਰਮੇਸ਼ਰ ਦੇ ਦਾਸ ਬਣ ਕੇ ਤੁਰੇ ਹੋਏ ਹਨ, ਪੁੱਛੋ ਜਾਏ ਪਧਾਊਆ, ਚੱਲੇ ਚਾਕਰ ਹੋਏ। ਉਹਨਾਂ ਨੂੰ ਜਾ ਕੇ ਪੁੱਛੋ, ਤਦ ਤੁਸਾਂ ਨੂੰ ਪਤਾ ਲੱਗੇਗਾ ਕਿ ਉਹ ਵਾਹਿਗੁਰੂ ਨੂੰ ਰਾਜਨ ਜਾਣ ਹੈ ਆਪਣਾ, ਦਰ ਘਰ ਠਾਕ ਨ ਹੋਏ। ਆਪਣਾ ਰਾਜਾ ਸਿਆਣ ਰਹੇ ਹਨ। ਇਸ ਕਰਕੇ ਉਹਨਾਂ ਨੂੰ ਉਸ ਵਾਹਿਗੁਰੂ ਦੇ ਦਰ ਤੇ ਘਰ ਉੱਤੇ ਗਿਆ ਕੋਈ ਰੋਕ ਨਹੀਂ ਪੈਂਦੀ।
ਭਗਤ ਰਵਿਦਾਸ ਜੀ ਨੇ ਵੀ ਕਿਹਾ ਹੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਗਉੜੀ ਰਵਿਦਾਸ ਜੀ। ਨਾਨਕ ਏਕੋ ਰਵ ਰਹਿਆ, ਦੂਜਾ ਅਵਰ ਨਾ ਕੋਏ। ਰੋਕ ਨਾ ਪੈਣ ਕਰਕੇ ਜਦ ਉਹ ਅੰਦਰ ਜਾਂਦੇ ਹਨ ਤਾਂ ਹੇ ਨਾਨਕ ਕੀ ਦੇਖਦੇ ਹਨ ਕਿ ਸਾਰੇ ਇੱਕੋ ਉਹ ਵਿਆਪਕ ਹੋ ਰਿਹਾ ਹੈ, ਦੂਜਾ ਹੋਰ ਕੋਈ ਹੈ ਹੀ ਨਹੀਂ। ਵਿਆਖਿਆ। ਪਿਛਲੇ ਸ਼ਬਦ ਵਿੱਚ ਮਾਇਆ ਵਿੱਚ ਫਸ ਗਏ ਅਭਿਆਸੀ ਪੰਡਤ ਪ੍ਰਥਾਏ ਬਚਨ ਕੀਤੇ ਸਨ। ਹੁਣ ਇਸ ਸ਼ਬਦ ਵਿੱਚ ਉਸ ਦਾ ਜ਼ਿਕਰ ਹੈ ਜੋ ਅਜਾਣਤਾ ਵਿੱਚ ਭੁੱਲ ਵਿੱਚ ਨਾਮ ਵਿਹੂਣੇ ਰਹਿ ਕੇ ਜਾਪ ਤਪ ਸੰਜਮ ਤੀਰਥ ਨਿਵਾਸ ਪੁੰਨ ਦਾਨ ਆਦਿ ਕਰਮਾਂ ਵਿੱਚ ਲੱਗ ਰਿਹਾ ਹੈ। ਅੰਕ 7 ਤੋਂ ਪਤਾ ਸਾਫ਼ ਲੱਗ ਜਾਂਦਾ ਹੈ ਕਿ ਇਹ ਬਚਨ ਅਸਲੀਅਤ ਤੋਂ ਭੁੱਲ ਕੇ ਕਰਮਕਾਂਡੀ ਧਰਮ ਕਰਮ ਕਰਨ ਵਾਲੇ ਲਈ ਉਪਦੇਸ਼ ਹੋਏ ਹਨ। ਅੰਕ 1 ਵਿੱਚ ਦੱਸਿਆ ਹੈ ਕਿ ਨਾਮ ਤੋਂ ਵਿਹੂਣਿਆਂ ਰਹਿ ਕੇ ਜੋ ਜਪ ਤਪ ਆਦਿ ਕੀਤੇ ਜਾਂਦੇ ਹਨ ਨਿਸ਼ਫਲ ਹਨ, ਕਿਉਂਕਿ ਸੱਚੇ ਦਾ ਨਾਮ ਤਾਂ ਏਕਾਂਗ ਵਾਂਗੂ ਇੱਕ ਕੀਮਤ ਦਾ ਅੰਗ ਹੈ ਤੇ ਜਪ ਤਪ ਆਦਿ ਛੂਣ ਵਾਂਗੂ ਸਵਯੰ ਕੁਛ ਨਹੀਂ, ਪਰ ਏਕਾਂਗ ਆਦਿ ਨਾਲ ਲੱਗ ਕੇ ਦਹਿ ਗੁਣਾ ਕੀਮਤ ਵਧਾ ਦਿੰਦੇ ਹਨ। ਇਸ ਕਰਕੇ ਫਰਮਾਇਆ ਕਿ ਜੋ ਕਰਮ ਧਰਮ ਆਦਿ ਬੀਜੇਗਾ ਉਸ ਦਾ ਫਲ ਉਹ ਜਿਹਾ ਸੁੱਖਾਂ ਦੇ ਭੋਗ ਤੇ ਸਵਰਗ ਆਦਿ ਲਏਗਾ, ਉਹ ਕਲਿਆਣ ਪਦਵੀ ਨੂੰ ਨਹੀਂ ਪੁੱਜੇਗਾ। ਇਸ ਲਈ ਰਹਾਉ ਵਿੱਚ ਉਪਦੇਸ਼ ਕਰਦੇ ਹਨ ਕਿ ਭਗਤੀ ਦੇ ਗੁਣਾ ਨਾਮ ਕੀਰਤਨ ਆਦਿ ਵਿੱਚ ਨਿਪੁੰਨ ਹੋ, ਗੁਰੂ ਦੀ ਮੱਤ ਲੈ ਅਵਗੁਣ ਤਿਆਗ। ਅੰਕ 2 ਵਿੱਚ ਰਾਸਹੀਨ ਵਪਾਰੀ ਦਾ ਦ੍ਰਿਸ਼ਟਾਂਤ ਲੈ ਕੇ ਉਪਦੇਸ਼ ਦਿੰਦੇ ਹਨ ਕਿ ਉਸ ਵਾਂਗੂ ਨਾਮ ਵਿਹੂਣਾ ਸਾਧਕ ਕੂੜ ਵਿੱਚ ਮੁੱਠਾ ਰਹਿ ਕੇ ਦੁਖੀ ਹੋਵੇਗਾ। ਅੰਕ 3 ਵਿੱਚ ਦੱਸਦੇ ਹਨ ਕਿ ਜੋ ਗੁਰਮੁਖਾਂ ਨਾਲ ਵਣਜ ਕਰੇਗਾ, ਨਾਮ ਕੀਰਤਨ ਦੀ ਲੇਵਾ ਦੇਵੀ ਕਰੇਗਾ, ਉਸ ਨੂੰ ਲਾਹਾ ਮਿਲੇਗਾ ਬ੍ਰਹਮ ਵਿਚਾਰ ਦਾ। ਅੰਕ 4 ਵਿੱਚ ਦ੍ਰਿਸ਼ਟਾਂਤ ਦੁਆਰਾ ਨਹੀਂ ਪਰ ਸਿੱਧਾ ਉਪਦੇਸ਼ ਹੈ ਕਿ ਸੰਤਾਂ ਦਾ ਸੰਗ ਕਰੋ, ਉਹਨਾਂ ਤੋਂ ਜਾਚ ਸਿੱਖ ਕੇ ਸੱਚੇ ਵਾਹਿਗੁਰੂ ਨੂੰ ਪਿਆਰ ਕਰੋ। ਅਪਾਰ ਜੋਤ ਫੇਰ ਅੰਦਰੋਂ ਲਖਤਾ ਵਿੱਚ ਆ ਜਾਏਗੀ, ਫੇਰ ਤੁਸੀਂ ਮਿਲ ਪਾਓਗੇ ਤੇ ਵਿਛੜੋਗੇ ਨਹੀਂ। ਅੰਕ 5 ਵਿੱਚ ਦੱਸਦੇ ਹਨ ਕਿ ਸੱਚੇ ਨਾਮ ਦੁਆਰਾ ਜੋ ਲੱਗੇ ਉਹ ਸੱਚੇ ਵਾਹਿਗੁਰੂ ਨਾਲ ਰਤੇ ਗਏ। ਉਹਨਾਂ ਦੇ ਪੱਲੇ ਸੱਚ ਪਿਆ ਕੀ ਕਿ ਉਹਨਾਂ ਨੇ ਆਪਾ ਪਛਾਣ ਲਿਆ। ਆਪਾ ਪਛਾਣ ਕੇ ਉਹਨਾਂ ਨੇ ਪ੍ਰਭੂ ਦੇ ਸਰੂਪ ਨੂੰ ਪਛਾਣ ਲਿਆ ਤੇ ਫੇਰ ਤਿੰਨਾਂ ਲੋਕਾਂ ਵਿੱਚ ਉਸ ਨੂੰ ਵਿਆਪਕ ਸਿਆਣ ਲੀਤਾ। ਅੰਕ 6 ਵਿੱਚ ਹੁਣ ਐਸੀ ਗੁਰਮੁਖ ਰੂਪ ਇਸਤਰੀ ਆਤਮ ਸੁੰਦਰਤਾ ਨਾਲ ਸਵਾਰੀ ਸੋਹਣੀ ਹੋ ਗਈ, ਉਹ ਪਤੀ ਨੂੰ ਅੰਗ ਸੰਗ ਜਾਣਦੀ ਹੈ ਤੇ ਪਤੀ ਉਸ ਨੂੰ ਆਪਣੇ ਆਪੇ ਸਰੂਪ ਵਿੱਚ ਸੱਦ ਲੈਂਦਾ ਹੈ। ਭਾਵ ਉਹ ਅੰਤ ਵਾਲੀ ਬੇਅੰਤ ਦੇ ਦਰ ਪੜਦੀ ਹੈ ਤੇ ਅਨੰਤ ਉਸ ਨੂੰ ਆਪਣੇ ਵਿੱਚ ਖਿੱਚ ਕੇ ਅਨੰਤ ਕਰ ਲੈਂਦਾ ਹੈ। ਹੁਣ ਅੰਕ 7 ਵਿੱਚ ਗੁਰੂ ਜੀ ਆਪਣੇ ਨਮਰੀ ਭੂਤ ਰੰਗ ਵਿੱਚ ਆ ਕੇ ਆਪਣੇ ਦੁਆਰਾ ਉੱਤਮ ਪੁਰਖ ਦੁਆਰਾ ਉਪਦੇਸ਼ ਕਰਦੇ ਹਨ। ਕਹਿੰਦੇ ਹਨ ਆਪੇ ਤੇ ਘਟਾ ਕੇ ਤੇ ਮਤ ਦੇ ਰਹੇ ਹਨ ਜਗਿਆਸੂ ਨੂੰ, ਹਾਂ ਭੁੱਲ ਵਿੱਚ ਭੁੱਲੇ ਹੋਏ ਨੂੰ, ਜੋ ਨਾਮ ਵਿਹੂਣਾ ਜਾਪ ਤਪ ਆਦਿ ਕਰਨ ਲਈ ਘਰ-ਬਾਰ ਛੱਡ ਕੇ ਰੇਤਲੇ ਟਿੱਬਿਆਂ ਤੇ ਜਾ ਚੜ੍ਹਦਾ ਹੈ, ਜੈਸੇ ਕਿ ਝਨਾ ਜਿਹਲਮ ਦੇ ਪਾਰਲੇ ਲੰਮੇ ਰੇਤ ਦੇ ਉੱਚੇ ਚਲੇ ਗਏ ਥਾਵਾਂ ਨੂੰ ਥਲ ਆਖਦੇ ਹਨ। ਇੱਥੇ ਕਈ ਜਪੀ ਤਪੀ ਤਪ ਕਰਦੇ ਹੁੰਦੇ ਸਨ। ਫਿਰ ਦੱਸਦੇ ਹਨ ਕਿ ਕਈ ਲੋਕ ਪਹਾੜੀ ਜਾਂ ਤਪ ਕਰਦੇ ਹਨ ਤੇ ਕਈ ਬਨਾਂ ਵਿੱਚ, ਪਰ ਜੇ ਗੁਰੂ ਜੀ ਨੂੰ ਨਹੀਂ ਮਿਲੇ ਤੇ ਨਾਮ ਪ੍ਰਾਪਤ ਨਹੀਂ ਕੀਤਾ ਹੋਇਆ, ਤਦ ਜਨਮ ਮਰਨ ਨਹੀਂ ਮਿਟਣ ਲੱਗਾ, ਉਹ ਕੀਕੂ ਮਿਟੇ। ਦੱਸਦੇ ਹਨ ਕਿ ਗੁਰਮੁਖਾਂ ਨੂੰ ਪੁੱਛਿਆ ਪਤਾ ਚੱਲਦਾ ਹੈ ਕਿ ਪਰਮੇਸ਼ਰ ਦੇ ਦਾਸ ਬਣੋ, ਉਸ ਨੂੰ ਆਪਣਾ ਰਾਜਾ ਅਰਥਾਤ ਮਾਲਕ ਸਿਆਣੋ, ਜੋ ਗੱਲ ਕੇ ਸਿਮਰਨ ਨਾਲ ਮਿਲਣੀ ਹੈ। ਫਿਰ ਤੁਹਾਨੂੰ ਪਰਮੇਸ਼ਰ ਦੇ ਦਰਵਾਜ਼ੇ ਉੱਤੇ ਕਿ ਅੱਗੇ ਲੰਘ ਕੇ ਉਸ ਦੇ ਘਰ ਵਿੱਚ ਵੜਦਿਆਂ ਕੋਈ ਰੋਕ ਨਹੀਂ ਪਵੇਗੀ। ਭਾਵ ਨਿਜ ਸਰੂਪ ਸਿਆਣਦਿਆਂ ਤੇ ਫੇਰ ਪਰਮਾਤਮ ਸਰੂਪ ਨੂੰ ਅਨੁਭਵ ਕਰਦਿਆਂ ਕੋਈ ਅਟਕਾਰਾ ਨਹੀਂ ਪਵੇਗਾ।
ਤੇ ਫੇਰ ਤੁਸੀਂ ਕੀ ਦੇਖੋਗੇ ਕਿ ਦੂਜਾ ਕੋਈ ਹੋਰ ਹੈ ਹੀ ਨਹੀਂ। ਇੱਕੋ ਉਹ ਸਾਰੇ ਵਿਆਪਕ ਹੋ ਰਿਹਾ ਹੈ। ਉਹ ਤੁਹਾਨੂੰ ਆਪ ਵਿਆਪਕਤਾ ਵਿੱਚ ਵਿਆਪਕ ਕਰ ਲਏਗਾ। ਨਿਰੁਕਤ ਸੰਯਮ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸੰਯਮ, ਇੰਦਰੀ ਦਮਨ, ਇੰਦਰੀਆਂ ਨੂੰ ਆਪਣੇ ਵਿਸ਼ਿਆਂ ਵਿੱਚ ਪ੍ਰਵਿਰਤ ਹੋਣੋਂ ਰੋਕਣਾ ਜਾਂ ਧਾਵਣੋਂ ਵਰਜਣਾ। ਤਾਸ ਦਾ ਭਾਵ ਹੈ ਉਸ ਨੂੰ। ਰਾਧੇ ਦਾ ਭਾਵ ਹੈ ਪੰਜਾਬੀ ਵਿੱਚ ਰਾਧਨੇ ਤੋਂ ਬੀਜੇ ਬੀਜੇਗਾ। ਲੁਣੈ ਦਾ ਭਾਵ ਹੈ ਪੰਜਾਬੀ ਵਿੱਚ ਲੁਣਨਾ ਭਾਵ ਕੱਟਣਾ ਵੱਢੇਗਾ। ਅਹਨਿਸ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਅਹਰਨਿਸ਼ਮ ਦਿਨ ਰਾਤ। ਦੇਖੋ ਪੰਨਾ 277 380। ਸਾਧਨ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸਾਧਵੀ ਇਸਤਰੀ। ਤ੍ਰਿਭਵਨ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਤ੍ਰਿਭਵਨ ਤਿੰਨਾਂ ਭਾਵਨਾ ਵਿੱਚ, ਸਾਰੇ ਸੰਸਾਰ ਵਿੱਚ। ਮਹਿਲੀ ਦਾ ਭਾਵ ਹੈ ਇਸਤਰੀ। ਥਲ ਦਾ ਭਾਵ ਹੈ ਡਿੰਗ, ਥਲ ਭਾਵ ਟਿੱਬਾ। ਪੰਜਾਬੀ ਵਿੱਚ ਥਲ ਭਾਵ ਖੁਸ਼ਕ ਇਲਾਕਾ, ਰੇਤ ਥਲਾ। ਇੱਕ ਬਹੁਤ ਲੰਮਾ ਰੇਤਲਾ ਟਿੱਬਾ ਜਿਹਾ ਜੋ ਝਣਾ ਜਿਹਲਮ ਦੇ ਪਾਰ ਪਾਰ ਅਨੇਕਾਂ ਮੀਲ ਚਲਾ ਜਾਂਦਾ ਹੈ। ਟਿੱਬਾ ਇੱਥੇ ਥਲ ਦਾ ਅਰਥ ਪੱਧਰਾ ਰੇਤ ਥਲਾ ਨਹੀਂ ਹੋ ਸਕਦਾ, ਕਿਉਂਕਿ ਥਲ ਦੇ ਨਾਲ ਪਦ ਚੜਾ ਵਰਤਿਆ ਹੈ। ਥਲ ਉੱਚੇ ਰੇਤ ਦੇ ਟਿੱਬੇ ਨੂੰ ਕਿਹਾ ਹੈ ਤੇ ਤਾਂ ਹੀ ਚੜ੍ਹਨਾ ਕਿਹਾ ਹੈ। ਡੂਗਰ ਦਾ ਅਰਥ ਹੈ ਸੰਸਕ੍ਰਿਤੀ ਵਿੱਚ ਤੁੰਗ, ਹਿੰਦੀ ਡੋਂਗਰ, ਪੰਜਾਬੀ ਡੂਗਰ ਪਹਾੜ। ਬਣ ਦਾ ਭਾਵ ਹੈ ਜੰਗਲ। ਪਧਾਊਆ ਦਾ ਭਾਵ ਹੈ ਪੰਜਾਬੀ ਵਿੱਚ ਪੰਧ ਤੇ ਤੁਰਨ ਵਾਲੇ। ਰਾਹੀ ਭਾਵ ਹੈ ਸਾਈਂ ਦੇ ਰਸਤੇ ਤੁਰਨ ਵਾਲੇ ਸਾਧੂ ਸੰਤ। ਰਾਜਨ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਰਾਜਨ, ਰਾਜਾ, ਮਾਲਕ। ਅੰਤਰੀਵ ਅਰਥ ਸੰਪਰਦਾ ਵਿੱਚ ਇਉਂ ਵੀ ਅੰਤਰੀਵ ਅਰਥ ਕਰਦੇ ਹਨ। ਮੁੰਦ ਸਾਧਨ, ਮਹਿਲੀ ਭਾਵ ਜੀਵ ਰੂਪ ਇਸਤਰੀ। ਦਰ ਘਰ ਸਰੂਪ ਵਿੱਚ, ਵਾਹਿਗੁਰੂ ਸਰੂਪ ਵਿੱਚ। ਰਾਸ ਭਾਵ ਸ਼ਰਧਾ। ਮੂਲ ਭਾਵ ਤਤ ਸਰੂਪ। ਘਰ ਬਾਰ ਭਾਵ ਦਿਲ ਵਿੱਚ, ਸਰੀਰ ਵਿੱਚ। ਵਖਰ ਭਾਵ ਨਾਮ। ਰਤਨ ਭਾਵ ਨਾਮ। ਵਸਤ ਭਾਵ ਆਤਮ ਵਸਤੂ। ਵਣਜਾਰਾ ਭਾਵ ਗੁਰਮੁਖ। ਵਣਜ ਭਾਵ ਬ੍ਰਹਮ ਵਿਚਾਰ। ਆਸਨ ਭਾਵ ਸਰੂਪ। ਮਹਿਲ ਦਾ ਭਾਵ ਸਰੂਪ। ਪਿਰ ਦਾ ਭਾਵ ਹੈ ਪਰਮੇਸ਼ਰ। ਥਲ ਦਾ ਭਾਵ ਹੈ ਪੰਜ ਧੂਣੀਆਂ ਆਦ ਤਪ। ਡੂੰਗਰ ਦਾ ਭਾਵ ਹੈ ਹਠ ਜੋਗ। ਬਣ ਦਾ ਭਾਵ ਹੈ ਸ਼ਸਤਰ ਘੋਖਣ ਆਦ। ਪਧਾਊਆ ਭਾਵ ਸੰਤ ਗੁਰਮੁਖ। ਰਾਜਨ ਭਾਵ ਰਾਜਾ, ਪਰਮੇਸ਼ਰ ਸੁਆਮੀ।